ਮੈਡਮ ਸ਼ੁਰੂ ਤੋਂ ਹੀ ਮੈਂ ਜਦੋਂ 5ਵੀਂ 6ਵੀਂ 'ਚ ਸੀ ਉਦੋਂ ਤੋਂ ਹੀ ਕੰਮ ਕਰ ਰਿਹਾ ਵਾਂ। ਦਿਨੇ ਸਕੂਲ ਜਾਣਾ, ਫਿਰ ਸ਼ਾਮ ਨੂੰ ਆ ਕੇ ਇੱਥੇ ਕੰਮ ਕਰਨਾ। ਘਰੇ ਮੰਮੀ ਤਿਆਰ ਕਰਦੇ ਆ ਤੇ ਮੈਂ ਸ਼ਾਮ ਨੂੰ ਆ ਕੇ ਇੱਥੇ ਲਗਾਉਣਾ ਵਾਂ ਤੇ ਸੇਲ ਕਰਕੇ ਘਰੇ ਜਾਂਦਾ। ਫਾਦਰ ਘਰੇ ਸਪੋਰਟ ਨਹੀਂ ਕਰਦੇ ਸੀਗੇ, ਲੜਾਈ ਝਗੜਾ ਕਰਦੇ ਸੀਗੇ ਤੇ ਉਹ ਸ਼ੁਰੂ ਤੋਂ ਫਿਰ ਜਦੋਂ ਘਰੇ ਫਾਈਨੈਂਸ਼ੀਅਲ ਕ੍ਰਾਈਸਿਸ ਹੋ ਗਏ ਫਿਰ ਉਦੋਂ ਤੋਂ ਹੀ ਮੈਨੂੰ ਕੰਮ ਕਰਨਾ ਪਿਆ। ਹਮੇਸ਼ਾ ਪੋਜ਼ਿਟਿਵਿਟੀ ਰਹਿੰਦੀ ਸੀਗੀ ਕਿ ਵੀ ਚਲੋ ਜਿਨ੍ਹਾਂ ਕੋਲ ਜ਼ਿਆਦਾ ਸੋਰਸਿਸ ਹੁੰਦੇ ਆ ਉਹ ਘੱਟ ਹੀ ਪੜ੍ਹਦੇ ਆ, ਬਟ ਮੇਰੇ ਕੋਲ ਸੋਰਸਿਸ ਵੀ ਘੱਟ ਸੀਗੇ। ਮੈਂ ਇੱਥੇ ਆ ਕੇ ਵੀ ਕੰਮ ਕਰਦਾ ਸੀ ਪਰ ਉਹਨਾਂ ਤੋਂ ਜ਼ਿਆਦਾ ਦੁੱਗਣੀ ਮਿਹਨਤ ਘਰੇ ਜਾ ਕੇ ਕਰਦਾ ਹੁੰਦਾ ਸੀ। ਪਹਿਲਾਂ ਤਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਸਟੇਟ ਐਗਜ਼ਾਮ ਦੇ ਕੇ ਐਜ਼ ਅ ਪ੍ਰੋਫੈਸਰ ਲੱਗ ਜਾਵਾਂ, ਫਿਰ ਉਸ ਤੋਂ ਬਾਅਦ ਮੈਂ ਸਿਵਲ ਸਰਵਿਸਿਜ਼ ਦੇ ਵੱਲ ਮੇਰਾ ਧਿਆਨ ਹੈ। ਮੈਂ ਸਿਵਲ ਸਰਵਿਸਿਜ਼ ਵੱਲ ਜਾਣਾ ਚਾਹੂੰਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਬਲੀਨ ਕੌਰ, ਸਵਾਗਤ ਹੈ ਤੁਹਾਡਾ ਇੱਕ ਬਹੁਤ ਖਾਸ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ। ਤੁਸੀਂ ਅੰਦਾਜ਼ਾ ਲਗਾ ਰਹੇ ਹੋਵੋਗੇ ਸ਼ਾਇਦ ਅਸੀਂ ਕੋਈ ਫੂਡ ਦੀ ਸਟੋਰੀ ਕਰਨ ਆਏ ਹਾਂ ਜਾਂ ਫਿਰ ਮਤਲਬ ਕਿਸ ਤਰੀਕੇ ਦੇ ਨਾਲ ਇੱਥੇ ਗੋਲ ਗੱਪਿਆਂ ਦੀ ਰੇਹੜੀ ਤੇ ਪਹੁੰਚਿਆ। ਤਾਂ ਗੋਲ ਗੱਪਿਆਂ ਦੀ ਰੇਹੜੀ ਦੇ ਪਿੱਛੇ ਇੱਕ ਮਿਹਨਤੀ ਇਨਸਾਨ ਛੁਪਿਆ ਹੋਇਆ ਜਿਸ ਨੇ ਆਪਣੀ ਮਿਹਨਤ ਦੇ ਨਾਲ UGC ਨੈਟ ਦਾ ਪੇਪਰ ਕਲੀਅਰ ਕੀਤਾ। ਅਗਰ UGC ਦੀ ਗੱਲਬਾਤ ਕਰੀਏ ਤਾਂ ਪੇਪਰ ਐਗਜ਼ਾਮ ਜਿਹੜਾ ਹੁੰਦਾ ਕਾਫੀ ਟਫ ਹੁੰਦਾ, ਕਾਫੀ ਸਿਚੁਏਸ਼ਨਸ ਜਿਹੜੀਆਂ ਨੇ ਇਸ ਦੇ ਵਾਸਤੇ ਪਾਰ ਕਰਨੀਆਂ ਪੈਂਦੀਆਂ ਨੇ। ਪਰ ਗੱਲਬਾਤ ਕੀਤੀ ਜਾਂਦੀ ਇਸ ਨੌਜਵਾਨ ਦੀ ਹਿੰਮਤ ਦੀ ਦਾਤ ਦੇਣੀ ਪਊਗੀ ਕਿ ਆਪਣੀ ਪੜ੍ਹਾਈ ਵੀ ਇਸਨੇ ਇਸੇ ਗੋਲ ਗੱਪਿਆਂ ਦੀ ਰੇਹੜੀ ਤੋਂ ਸ਼ੁਰੂ ਕੀਤੀ ਔਰ ਅੱਜ ਇੱਕ ਹੋਣਹਾਰ ਜਿਹੜਾ ਕਿ ਇਸ ਦੇ ਨਾਲ ਇੱਕ ਟੈਗ ਇਹਨੂੰ ਮਿਲ ਚੁੱਕਿਆ ਹੈ। ਤਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕਾਫੀ ਵੀਡੀਓਜ਼ ਇਹਨਾਂ ਦੇਖੀਆਂ ਨੇ। ਤਾਂ ਨਾਮ ਕੀ ਹੈ, ਸਾਰੀ ਜਾਣਕਾਰੀ ਇਹਨਾਂ ਤੋਂ ਹੀ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਬਹੁਤ ਸਤਿ ਸ਼੍ਰੀ ਅਕਾਲ ਮੈਡਮ। ਕੀ ਨਾਮ ਕੀ ਹੈ? ਸ਼ਿਵਾਲਕ ਕੁਮਾਰ। ਤੇ ਕਿਵੇਂ ਤੁਸੀਂ UGC ਦਾ ਪੇਪਰ ਕਲੀਅਰ ਕੀਤਾ? ਅਸੀਂ ਦੇਖੀਆਂ, ਖਬਰਾਂ ਸੁਣੀਆਂ ਤੁਹਾਡੀਆਂ, ਤਾਂ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ। ਸਾਰੀ ਡਿਟੇਲਸ ਕੀ ਨੇ, ਤੁਸੀਂ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਕੀਤੀ? ਕਿਉਂਕਿ ਗੋਲ ਗੱਪਿਆਂ ਦੀ ਰੇਹੜੀ ਤੁਸੀਂ ਲਗਾਉਂਦੇ ਹੋ ਹੈ ਨਾ, ਮਿਹਨਤੀ ਵੀ ਚਲੋ ਤੁਸੀਂ ਹੈਗੇ ਹੋ, ਪਰ ਪੜ੍ਹਾਈ ਨਾਲ ਦੇ ਨਾਲ ਕਿਵੇਂ ਤੁਸੀਂ ਕੰਟੀਨਿਊ ਵਿੱਚ ਰੱਖੀ? ਮੈਡਮ ਸ਼ੁਰੂ ਤੋਂ ਹੀ ਮੈਂ ਜਦੋਂ 5ਵੀਂ 6ਵੀਂ 'ਚ ਸੀ ਉਦੋਂ ਤੋਂ ਹੀ ਕੰਮ ਕਰ ਰਿਹਾ ਵਾਂ। ਦਿਨੇ ਸਕੂਲ ਜਾਣਾ, ਫਿਰ ਸ਼ਾਮ ਨੂੰ ਆ ਕੇ ਇੱਥੇ ਕੰਮ ਕਰਨਾ। ਘਰੇ ਮੰਮੀ ਤਿਆਰ ਕਰਦੇ ਆ ਤੇ ਮੈਂ ਸ਼ਾਮ ਨੂੰ ਆ ਕੇ ਇੱਥੇ ਲਗਾਉਣਾ ਵਾਂ ਤੇ ਸੇਲ ਕਰਕੇ ਘਰੇ ਜਾਂਦਾ। ਚਲ ਘਰ 'ਚ ਹੋਰ ਕੌਣ ਕੌਣ ਹੈ ਤੁਹਾਡੇ? ਮੰਮਾ ਜਿਵੇਂ ਤੁਹਾਡੀ ਹੈਲਪ ਕਰਦੇ, ਹੋਰ ਕੌਣ? ਮੰਮੀ ਹੈ, ਭਰਾ ਵਾ ਤੇ ਸਿਸਟਰ ਦੀ ਮੈਰਿਜ ਹੋ ਗਈ ਹੈ। ਸਿਸਟਰ ਸੀਗੇ ਜੀ। ਹਾਂਜੀ। ਬ੍ਰਦਰ ਕੀ ਕਰਦਾ? ਬ੍ਰਦਰ ਤੁਹਾਡੇ ਤੋਂ ਛੋਟਾ? ਬ੍ਰਦਰ ਮੋਬਾਈਲ ਦੀ ਸ਼ਾਪ ਤੇ ਲੱਗਿਆ, ਵੱਡਾ ਭਰਾ। ਤੇ ਫਾਦਰ ਤੁਹਾਡਾ ਕਿਵੇਂ? ਫਾਦਰ ਘਰੇ ਸਪੋਰਟ ਨਹੀਂ ਕਰਦੇ ਸੀਗੇ, ਲੜਾਈ ਝਗੜਾ ਕਰਦੇ ਸੀਗੇ ਤੇ ਉਹ ਸ਼ੁਰੂ ਤੋਂ ਫਿਰ ਜਦੋਂ ਘਰੇ ਫਾਈਨੈਂਸ਼ੀਅਲ ਕ੍ਰਾਈਸਿਸ ਹੋ ਗਏ ਫਿਰ ਉਦੋਂ ਤੋਂ ਹੀ ਮੈਨੂੰ ਕੰਮ ਕਰਨਾ ਪਿਆ। ਤਾਂ ਸਾਰੀ ਜ਼ਿੰਮੇਵਾਰੀ ਘਰ ਦੀ ਸ਼ਿਵਾਲਕ ਦੇ ਮੋਢਿਆਂ ਦੇ ਉੱਤੇ ਸੀਗਾ ਤੇ ਅੱਜ ਜਿਹੜਾ ਕਿ ਘਰਦਿਆਂ ਨੂੰ ਵੀ ਬਹੁਤ ਨਾਜ਼ ਮਹਿਸੂਸ ਹੁੰਦਾ ਹੋਏਗਾ ਕਿ UGC ਦਾ ਪੇਪਰ ਕਲੀਅਰ ਕੀਤਾ, ਹੁਣ ਜੌਬ ਵਾਸਤੇ ਤੁਸੀਂ ਟਰਾਈ ਕਰੋਗੇ। ਹਾਂਜੀ ਮੈਡਮ, ਬਹੁਤ ਖੁਸ਼ ਹੈ। ਮੰਮੀ, ਭਰਾ, ਭੈਣ ਬਹੁਤ ਸਾਰੇ ਖੁਸ਼ ਨੇ। ਹਾਂਜੀ। ਕੀ ਅੱਗੇ ਦੀ ਕੀ ਪਲੈਨਿੰਗ ਨੇ? ਹੁਣ ਜੌਬ ਵਗੈਰਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਜਾਣਾ ਚਾਹੁੰਦੇ ਹੋ? ਕਿਉਂਕਿ ਪੇਪਰ ਕਲੀਅਰ ਕਰ ਲਿਓ, ਬਹੁਤ ਵੱਡੀ ਗੱਲ ਹੈ। ਕਿਉਂਕਿ ਨਾਰਮਲੀ ਬੱਚੇ ਜਿਹੜੇ ਨੇ ਤਿਆਰੀਆਂ ਕਰਦੇ ਨੇ, ਬਹੁਤ ਵਾਰੀ ਦਿੰਦੇ ਨੇ, ਬਟ ਤੁਸੀਂ ਕਲੀਅਰ ਕਰ ਲਿਆ। ਤੁਹਾਡੀ ਵੀ ਕੋਈ ਅਟੈਂਪਟ, ਕਿੰਨੇ ਅਟੈਂਪਟ ਕੀਤੇ ਸੀ? ਸੈਕਿੰਡ ਅਟੈਂਪਟ ਸੀਗਾ ਮੇਰਾ। ਹਾਂਜੀ ਮੈਡਮ। ਫਸਟ ਅਟੈਂਪਟ ਦੇ ਵਿੱਚ ਕਲੀਅਰ ਨਹੀਂ ਹੋਇਆ ਉਦੋਂ ਥੋੜਾ ਹੋਏ ਸੀ, ਨਾ ਖੁਸ਼ ਹੋਈ ਸੀ? ਉਹਦੇ 'ਚ ਵੀ ਮੇਰੇ 5-6 ਨੰਬਰ ਰਹਿ ਗਏ ਸੀਗੇ, ਪਰ ਮੈਂ ਕਿਹਾ ਸੀ ਕੋਈ ਗੱਲ ਨਹੀਂ, ਮੈਂ ਦੁਬਾਰਾ ਕੋਸ਼ਿਸ਼ ਕਰੂੰਗਾ। ਤੇ ਮੈਂ ਮਿਹਨਤ ਕੀਤੀ। ਸਵੇਰੇ ਇਹ ਤਿਆਰ ਕਰਨ ਤੋਂ ਬਾਅਦ ਐਕਸਟੈਂਸ਼ਨ ਲਾਇਬ੍ਰੇਰੀ ਜਾ ਕੇ ਪੜ੍ਹਨਾ, ਫਿਰ ਉੱਥੋਂ 2-3 ਵਜੇ ਆ ਕੇ ਫਿਰ ਦੁਬਾਰਾ ਪੜ੍ਹਨਾ, ਫਿਰ ਤਿਆਰ ਕਰਕੇ ਰਾਤ ਨੂੰ ਆ ਜਾਣਾ, ਫਿਰ ਰਾਤ ਨੂੰ ਘਰੇ ਜਾ ਕੇ ਪੜ੍ਹਨਾ, ਫਿਰ ਐਗਜ਼ਾਮ ਦਿੱਤਾ, ਫਿਰ ਕੁਆਲੀਫਾਈ ਹੋ ਗਈ। ਬਹੁਤ ਖੂਬ। ਤਾਂ ਇੱਦਾਂ ਲੱਗਦਾ ਨਹੀਂ ਸੀ ਕਿ ਮੇਰੀ ਪੜ੍ਹਾਈ ਦੇ ਵਿੱਚ ਕੁਝ ਜਿਹੜੀ ਕਮੀ ਰਹਿ ਜਾਏਗੀ ਜੇਕਰ ਮੈਂ ਇਸੇ ਤਰੀਕੇ ਦੇ ਨਾਲ ਕੰਮ ਵੀ ਕਰਦਾ ਰਿਹਾ? ਇੱਦਾਂ ਲੱਗਦਾ ਸੀ ਵੀ ਮੈਂ ਜਿਹੜੇ ਟਾਈਮ ਇੱਥੇ ਆ ਕੇ ਖੜਦਾ, ਚਾਹੇ ਮੈਂ ਘਰ ਹੀ ਚਲਾ ਰਿਹਾ, ਮੈਨੂੰ ਉਸ ਟਾਈਮ 'ਤੇ ਆ ਕੇ ਪੜ੍ਹਾਈ ਜ਼ਿਆਦਾ ਹੋ ਜਾਂਦੀ ਤਾਂ ਮੈਂ ਵਧੀਆ ਸਕੋਰ ਕੁਝ ਇਸ ਤਰੀਕੇ ਦੇ ਨਾਲ? ਨਹੀਂ ਮੈਡਮ, ਹਮੇਸ਼ਾ ਪੋਜ਼ਿਟਿਵਿਟੀ ਰਹਿੰਦੀ ਸੀਗੀ ਕਿ ਵੀ ਚਲੋ ਜਿਨ੍ਹਾਂ ਕੋਲ ਜ਼ਿਆਦਾ ਸੋਰਸਿਸ ਹੁੰਦੇ ਆ ਉਹ ਘੱਟ ਹੀ ਪੜ੍ਹਦੇ ਆ, ਬਟ ਮੇਰੇ ਕੋਲ ਸੋਰਸਿਸ ਵੀ ਘੱਟ ਸੀਗੇ। ਮੈਂ ਇੱਥੇ ਆ ਕੇ ਵੀ ਕੰਮ ਕਰਦਾ ਸੀ ਪਰ ਉਹਨਾਂ ਤੋਂ ਜ਼ਿਆਦਾ ਦੁੱਗਣੀ ਮਿਹਨਤ ਘਰੇ ਜਾ ਕੇ ਕਰਦਾ ਹੁੰਦਾ ਸੀ, ਇਸ ਲਈ ਕਦੇ ਵੀ ਇਸ ਤਰ੍ਹਾਂ ਦਾ ਫੀਲ ਨਹੀਂ ਹੋਇਆ। ਰਾਤਾਂ ਜਾਗ ਪੜੇ ਲੱਗਦੇ? ਹਾਂਜੀ ਮੈਡਮ। ਤਾਂ ਤੁਸੀਂ ਦੇਖਿਆ ਸ਼ਿਵਾਲਕ ਦੇ ਵਿੱਚ ਕੌਨਫੀਡੈਂਸ ਹੀ ਜਿਹੜਾ ਤੁਸੀਂ ਦੇਖ ਸਕਦੇ ਹੋ, ਕੌਨਫੀਡੈਂਸ ਕਵਾਂਗੇ ਇਹਨੂੰ ਜ਼ਰੂਰ, ਕਿਉਂਕਿ ਰਾਤਾਂ ਜਾਗ ਕੇ ਜਿਹਨੇ ਮਿਹਨਤਾਂ ਕੀਤੀਆਂ ਹੁੰਦੀਆਂ ਨੇ ਨਾ, ਉਹ ਕੌਨਫੀਡੈਂਸ ਬਿਲਕੁਲ, ਉਹ ਖੁਸ਼ੀ ਜਿਹੜੀ ਆ ਮੂੰਹ 'ਤੇ ਝਲਕ ਜਾਂਦੀ ਹੈ। ਤਾਂ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਸੀ UGC ਦਾ ਪੇਪਰ ਕਲੀਅਰ ਕਰਤਾ, ਉਹ ਖੁਸ਼ੀ, ਉਹ ਰਿਐਕਸ਼ਨ ਕਿਸ ਤਰੀਕੇ ਦਾ ਸੀਗਾ ਕਿ ਇਹ ਕਿੱਦਾਂ ਹੋ ਗਿਆ ਵੀ ਦੁਕਾਨ 'ਤੇ ਵੀ ਜਾਣਾ, ਮੁੜ ਕੇ ਕੰਮ ਵੀ ਕਰਨਾ, ਫਿਰ ਪੜ੍ਹਾਈ ਵੀ ਅੱਗੇ? ਜਦੋਂ ਰਿਜ਼ਲਟ ਆਇਆ ਸੀ ਮੈਂ ਇੱਥੇ ਹੀ ਸੀਗਾ। ਮੈਂ ਘਰਦਿਆਂ ਨੂੰ ਫੋਨ ਕਰਕੇ ਜਦੋਂ ਦੱਸਿਆ ਨਾ ਤੇ ਮੈਂ ਰੋਣ ਲੱਗ ਗਿਆ ਸੀਗਾ। ਫਿਰ ਮੰਮੀ ਤੇ ਸਿਸਟਰ ਮੇਰੇ ਇੱਥੇ ਆਏ ਸੀਗੇ ਸਪੈਸ਼ਲ, ਫਿਰ ਬੁਲਾ ਕੇ ਘਰੇ ਲੈ ਕੇ ਗਏ ਸੀ। ਫਿਰ ਘਰੇ ਮੰਮੀ ਪਹਿਲਾਂ ਤਾਂ ਰੋਣ ਲੱਗ ਗਏ, ਫਿਰ ਉਹਨਾਂ ਨੇ ਮੈਨੂੰ ਚੁੱਪ ਕਰਾਇਆ, ਫਿਰ ਆਪ ਚੁੱਪ ਹੋਏ। ਫਿਰ ਬਸ ਫਿਰ ਉਹਨਾਂ ਨੇ ਮੂੰਹ ਮਿੱਠਾ ਕਰਾਇਆ ਤੇ ਮੈਂ ਰੋਈ ਜਾ ਰਿਹਾ ਸੀਗਾ। ਉਹ ਕਹਿੰਦੇ ਫਿਰ ਰੋਣਾ ਕਾਹਨੂੰ? ਮੈਂ ਕਿਹਾ ਮੈਡਮ ਮੰਮੀ ਇਹ ਖੁਸ਼ੀ ਦੀ ਗੱਲ ਹੈ ਬਸ। ਮੈਨੂੰ ਬਹੁਤ ਸਾਰੇ ਟੀਚਰਸ ਦਾ ਫੋਨ ਆਇਆ, ਉਹਨਾਂ ਨੇ ਮੈਨੂੰ ਕਈ ਵਾਰੀ ਫਾਈਨੈਂਸ਼ੀਅਲੀ ਸਪੋਰਟ ਵੀ ਕੀਤਾ। ਮੇਰੇ ਕਾਫੀ ਸਾਰੇ ਟੀਚਰਸ ਨੇ, ਉਹ ਮੇਰੇ ਨਾਲ ਹਮੇਸ਼ਾ ਖੜੇ ਰਹਿੰਦੇ ਸੀ, ਪੋਜ਼ਿਟਿਵਿਟੀ ਦਿੰਦੇ ਸੀ ਤੇ ਹੌਸਲਾ ਦਿੰਦੇ ਸੀਗੇ। ਕਿਹੜੇ ਕਾਲਜ ਦੇ ਵਿੱਚ ਤੁਸੀਂ ਸਟੱਡੀ ਕੀਤੀ? ਮੈਂ ਗਵਰਨਮੈਂਟ ਕਾਲਜ, SCD ਗਵਰਨਮੈਂਟ ਕਾਲਜ। ਉੱਥੇ ਟੀਚਰਸ ਨੇ ਤੁਹਾਨੂੰ ਸਪੋਰਟ ਕੀਤਾ, ਇਸ ਦੇ ਨਾਲ ਤੁਸੀਂ ਜਿਹੜਾ ਹੈ ਇਹਦੇ ਵਿੱਚ ਵੀ ਕੰਟੀਨਿਊ ਆਪਣਾ ਰੱਖਿਆ। ਹੁਣ ਜਦੋਂ ਜੌਬ ਮਿਲ ਜਾਂਦੀ ਹੈ, ਪ੍ਰੋਫੈਸਰ ਦੀ ਜੌਬ ਮਿਲ ਜਾਂਦੀ ਹੈ, ਉਸ ਤੋਂ ਬਾਅਦ ਵੀ ਕੰਟੀਨਿਊ ਰੱਖੋਗੇ? ਕਿਵੇਂ ਕੋਸ਼ਿਸ਼ ਹੈ ਮੈਡਮ ਕਿ ਮੈਂ ਜਦ ਫ੍ਰੀ ਹੋਊਂਗਾ ਸ਼ਾਮ ਦੇ ਟਾਈਮ 'ਤੇ ਇਹ ਕੰਮ ਵੀ ਕੰਟੀਨਿਊ ਕਰੂੰਗਾ ਮੈਂ। ਇਹ ਕਾਰਨ ਵੀ ਕੁਝ ਹੈਗਾ, ਸਪੈਸ਼ਲਿਟੀ ਹੈਗੀ ਜਾਂ ਫਿਰ ਕਿ ਜੌਬ ਤਾਂ ਚਲੋ ਇਦਾਂ ਹੁੰਦਾ ਵੀ ਅੱਜ ਕੱਲ੍ਹ ਜੌਬਸ ਅਗਰ ਮਿਲਣੀਆਂ
ਬਿਲਕੁਲ ਮੁਸ਼ਕਿਲ ਨੇ, ਪਰ ਜੇ ਮਿਲ ਜਾਂਦੀ ਹੈ ਖਰਚਾ ਤਾਂ ਉਹਦੇ ਨਾਲ ਵੀ ਪੂਰਾ ਹੋ ਜਾਣਾ। ਫਿਰ ਇਹ ਕੰਮ ਕਿਵੇਂ ਕਿਉਂਕਿ ਮੈਡਮ ਜੋ ਵੀ ਸਾਰਾ ਕੁਝ ਸ਼ੁਰੂਆਤ ਹੋਈ ਹੈ ਇਹਦੇ ਕਰਕੇ ਹੋਈ ਹੈ। ਮੈਂ ਪੜ੍ਹ ਵੀ ਸਕਿਆ ਤਾਂ ਇਹਦੇ ਕਰਕੇ, ਜੇ ਕੁਝ ਮੈਂ ਕੱਲ ਨੂੰ ਬਣਦਾ ਵੀ ਹੈ ਤਾਂ ਇਹਦੀ ਸਪੋਰਟ ਕਰਕੇ ਹੀ ਬਣੂੰਗਾ। ਬਿਲਕੁਲ। ਹਾਂਜੀ। ਤਾਂ ਜਿਹੜੇ ਤੁਹਾਡੇ ਨਾਲ ਦੇ ਫਰੈਂਡਸ ਵਗੈਰਾ, ਜਿਵੇਂ ਤੁਸੀਂ ਕਾਲਜ ਦੇ ਵਿੱਚ ਜਾਂਦੇ ਸੀ ਜਾਂ ਤੁਹਾਡੇ ਆਸ-ਪਾਸ ਜਿਹੜੇ ਲੋਕ ਰਹਿੰਦੇ ਨੇ, ਉਹ ਵੀ ਕਹਿੰਦੇ ਹੋਣਗੇ ਵੀ ਪੜ੍ਹਦਾ ਵੀ ਹੈ ਤੇ ਕੰਮ ਵੀ ਕਰਦਾ, ਸਾਡੇ ਬੱਚੇ ਤਾਂ ਨਹੀਂ ਕਰਦੇ, ਸਾਡੇ ਤਾਂ ਬੱਚੇ ਬਿਲਕੁਲ ਨਿਕੰਮੇ। ਐਪਰੀਸ਼ੀਏਟ ਕਰਦੇ ਮੋਸਟਲੀ ਬੰਦੇ ਆ ਕੇ ਮੈਨੂੰ ਐਪਰੀਸ਼ੀਏਟ ਕਰਦੇ ਕਿ ਤੂੰ ਬਹੁਤ ਮਿਹਨਤੀ ਹੈ, ਕਿ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਦਾ। ਹਾਂਜੀ। ਕੀ ਫਿਊਚਰ ਪਲਾਨਸ ਨੇ, ਕੀ ਡ੍ਰੀਮ ਨੇ, ਕਿੱਥੇ ਤੱਕ ਤੁਸੀਂ ਪਹੁੰਚਣਾ ਚਾਹੁੰਦੇ ਹੋ? ਕਿਉਂਕਿ ਇਹ ਬਹੁਤ ਮਿਹਨਤ ਜਿਹੜਾ ਤੁਸੀਂ ਸਟੈਪ ਚੱਕ ਚੁੱਕੇ ਹੋ, ਇਸ ਵੇਲੇ ਤੁਸੀਂ ਅੱਗੇ ਪਹੁੰਚ ਚੁੱਕੇ ਹੋ, ਬਹੁਤ ਕਰੀਬ ਹੋ ਆਪਣੇ ਡ੍ਰੀਮ ਦੇ। ਹੋਰ ਕੀ ਡ੍ਰੀਮਸ ਕੀ ਨੇ ਤੁਹਾਡੇ? ਪਹਿਲਾਂ ਤਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਸਟੇਟ ਐਗਜ਼ਾਮ ਦੇ ਕੇ ਐਜ਼ ਅ ਪ੍ਰੋਫੈਸਰ ਲੱਗ ਜਾਵਾਂ, ਫਿਰ ਉਸ ਤੋਂ ਬਾਅਦ ਮੈਂ ਸਿਵਲ ਸਰਵਿਸਿਜ਼ ਦੇ ਵੱਲ ਮੇਰਾ ਧਿਆਨ ਹੈ, ਮੈਂ ਸਿਵਲ ਸਰਵਿਸਿਜ਼ ਵੱਲ ਜਾਣਾ ਚਾਹੂੰਗੀ। ਬਹੁਤ ਖੂਬ। ਤਾਂ ਜੇ ਬੈਸਟ ਵਿਸ਼ੇਸ ਤੁਹਾਡੇ ਨਾਲ ਨੇ, ਕਿਉਂਕਿ ਬਹੁਤ ਲੋਕ ਤੁਹਾਨੂੰ ਦੇਖ ਰਹੇ ਨੇ, ਬਹੁਤ ਪਿਆਰ ਵੀ ਕਰ ਰਹੇ ਨੇ। ਤੁਸੀਂ UGC ਦਾ ਪੇਪਰ ਕਲੀਅਰ ਕੀਤਾ ਆਪਣੀ ਮਿਹਨਤ ਦੇ ਨਾਲ, ਗੋਲ ਗੱਪਿਆਂ ਦੀ ਰੇਹੜੀ ਲਾ ਕੇ। ਜਿਹੜੇ ਬੱਚੇ ਘਰ ਦੇ ਵਿੱਚ ਬੈਠੇ ਸਾਰਾ ਦਿਨ ਏਸੀਆਂ ਦੇ ਵਿੱਚ ਬਹਿ ਕੇ ਵੀ ਨਹੀਂ ਪੜ੍ਹ ਪਾਉਂਦੇ, ਉਹ ਤੁਸੀਂ ਅੱਜ ਇੱਥੇ ਮਿਹਨਤ ਕਰਕੇ ਥੈਂਕ ਯੂ ਮੈਮ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਸ਼ਿਵਾਲਿਕ। ਤਾਂ ਇਹ ਸੀ ਸ਼ਿਵਾਲਿਕ, ਜਿਹਨੂੰ ਤੁਹਾਨੂੰ ਮਿਲਵਾਇਆ, ਨੌਜਵਾਨ ਬਹੁਤ ਹੀ ਮਿਹਨਤੀ ਤੇ ਹੋਣਹਾਰ, ਜਿਸ ਦੀ ਗੱਲ ਕੀਤੀ ਜਾਂਦੀ। ਗੋਲ ਗੱਪਿਆਂ ਦੀ ਰੇਹੜੀ ਤੋਂ ਇਸਨੇ ਆਪਣਾ ਸਫ਼ਰ ਸ਼ੁਰੂ ਕੀਤਾ। 5-6 ਸਾਲ ਦੀ ਉਮਰ ਸੀ ਜਦੋਂ ਇਸਦੇ ਪਿਤਾ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਔਰ ਇਸ ਨੂੰ ਮਜ਼ਦੂਰੀ ਦੇ ਵਿੱਚ ਭੇਜ ਦਿੱਤਾ ਸੀ। ਪਰ ਜਿੱਥੇ ਗੱਲ ਕੀਤੀ ਜਾਂਦੀ ਹੈ ਨਾ, ਮਜ਼ਦੂਰੀ ਆ ਜਾਂਦੀ ਹੈ ਜਾਂ ਫਿਰ ਗੱਲ ਕੀਤੀ ਜਾਂਦੀ ਹੈ ਮਿਹਨਤ ਕਰਨ ਦੀ, ਤਾਂ ਪੰਜਾਬ ਦੇ ਵਿੱਚ ਕੋਈ ਵੀ ਨੌਜਵਾਨ ਇਹ ਨਹੀਂ ਚਾਹੂਗਾ ਕਿ ਅਸੀਂ ਭੁੱਖੇ ਸੋਈਏ ਜਾਂ ਸਾਡਾ ਪਰਿਵਾਰ ਜਿਹੜਾ ਭੁੱਖਾ ਸੋਏ। ਹਰ ਕੋਈ ਵਿਅਕਤੀ ਚਾਹੁੰਦਾ ਕਿ ਸਾਡੇ ਪਰਿਵਾਰ ਜਿਹੜਾ ਸੋਹਣੀ ਰੋਟੀ ਖਾਵੇ। ਤਾਂ ਉਹੀ ਸੋਹਣੀ ਰੋਟੀ ਦਾ ਸੁਪਨਾ ਲੈ ਕੇ ਇਹ ਸ਼ਿਵਾਲਿਕ ਨੇ ਕੰਮਕਾਰ ਸ਼ੁਰੂ ਕੀਤਾ। ਗੋਲ ਗੱਪਿਆਂ ਦੀ ਰੇਹੜੀ ਤੋਂ ਪੜ੍ਹਾਈ ਦਾ ਖਰਚਾ ਪੂਰਾ ਕੀਤਾ ਔਰ ਕਾਲਜ ਦੇ ਵਿੱਚ ਪੜ੍ਹਾਈ ਕੀਤੀ ਔਰ ਅੱਜ UGC ਨੈਟ ਦਾ ਪੇਪਰ ਕਲੀਅਰ ਕੀਤਾ। ਤੁਸੀਂ ਜਾਣਦੇ ਹੋਵੋਗੇ ਕਿ UGC ਦੇ ਵਿੱਚ ਅਟੈਂਪਟਸ ਵੀ ਬਹੁਤ ਹੁੰਦੇ ਨੇ। ਇਸਨੇ ਸੈਕਿੰਡ ਅਟੈਂਪਟ ਦੇ ਵਿੱਚ ਆਪਣਾ ਪੇਪਰ ਕਲੀਅਰ ਕੀਤਾ ਔਰ ਜਦੋਂ ਪਰਿਵਾਰ ਨੂੰ ਦੱਸਿਆ ਤਾਂ ਪਰਿਵਾਰ ਦੇ ਵਿੱਚ ਵੀ ਜਿਹੜਾ ਖੁਸ਼ੀ ਦਾ ਤੇ ਥੋੜ੍ਹੀ ਜਿਵੇਂ ਅੱਖਾਂ ਆਂਸੂ ਆਉਂਦੇ, ਕਿਉਂਕਿ ਖੁਸ਼ੀ ਹੈ ਬਹੁਤ ਜ਼ਿਆਦਾ, ਉਹਦਾ ਮਾਹੌਲ ਬਣਿਆ। ਤਾਂ ਇਸ ਨੂੰ ਬੈਸਟ ਵਿਸ਼ੇਸ ਜਿਹੜੀਆਂ ਨੇ ਤੁਸੀਂ ਜ਼ਰੂਰ ਦਿਓ, ਕਿਉਂਕਿ ਅੱਗੇ ਵੀ ਇਸ ਦੇ ਬਹੁਤ ਸੁਪਨੇ ਨੇ ਜਿਹੜੇ ਕਿ ਇਸੇ ਕੰਮ ਦੇ ਰਾਹੀਂ ਇਸਨੇ ਸ਼ੁਰੂ ਕੀਤੇ ਸੀ ਔਰ ਅੱਗੇ ਜਿਹੜਾ ਪੜਾਅ ਅੱਗੇ ਚੜ੍ਹਦਾ ਰਹੂਗਾ। ਤਾਂ ਇੱਦਾਂ ਦੀ ਹੋਰ ਵਧੇਰੀ ਸਟੋਰੀ ਸੀ। ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ। ਕੈਮਰਾਮੈਨ ਦਰਸ਼ੀ ਦੇ ਨਾਲ ਮੈਂ ਪ੍ਰਬਲੀਨ ਕੌਰ।